ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 23ਵਾਂ। ਜਿਉ ਸੁਪਨਾ और पेखना ऐसे जग को जान, इनमें कसा चो नहीं नानक बिन भगवान। ज्यों सुपना और पेखना ऐसे जग को जान, इनमें क साचो नहीं नानक बिन भगवान। सतगुर समझाਉਂਦੇ ਨੇ ਜਿਉਂ ਸੁਪਨਾ, ਜਿਵੇਂ ਸਾਡਾ ਸਾਰਾ ਜੀਵਨ ਸੁਪਨੇ ਵਾਂਗੂ ਨਿਕਲ ਜਾਂਦਾ, ਸਾਨੂੰ ਪਤਾ ਹੀ ਨਹੀਂ। ਸੱਚ ਦੇ ਗਿਆਨ ਤੋਂ ਬਿਨਾਂ ਸਾਨੂੰ ਸਮਝ ਹੀ ਨਹੀਂ ਆਉਂਦੀ। ਧਰਮ ਤਾਂ ਅਸੀਂ ਬਹੁਤ ਕਰਦੇ ਹਾਂ, ਬਹੁਤ ਸਮਾਜ ਸੇਵਾ ਸਾਰੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਉਹਨੂੰ ਧਰਮ ਮੰਨੀ ਬੈਠੇ ਹਾਂ। ਸਾਨੂੰ ਸੱਚ ਦਾ ਗਿਆਨ ਹੈ ਨਹੀਂ। ਇਹ ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ, ਇਹ ਸਿਰਜਣਹਾਰ ਮਾਲਕ ਦੀ ਹੈ। ਇਹ ਜੀਵ ਪ੍ਰਾਹੁਣਾ ਵਾ, ਸਾਨੂੰ ਇਹਦਾ ਗਿਆਨ ਨਹੀਂ ਹੈਗਾ। ਅਸੀਂ ਇਹਨੂੰ ਆਪਦੀ ਮੰਨੀ ਬੈਠੇ ਹਾਂ। ਜਿਵੇਂ ਸਾਨੂੰ ਸੁਪਨੇ ਸਾਰਾ ਕੁਝ ਸੱਚ ਲੱਗਦਾ, ਐਵੇਂ ਇਹਨੂੰ ਸੱਚ ਮੰਨੀ ਬੈਠੇ ਹਾਂ ਅਸੀਂ। ਅੱਗੇ ਆ ਜਾਣਾ ਆਪਾਂ ਨੂੰ ਸ਼ਲੋਕ ਨੌਵੇਂ ਪਾਤਸ਼ਾਹ ਦਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ, ਬਚਪਨ ਜਵਾਨੀ ਬੁਢਾਪਾ ਤਿੰਨ ਅਵਸਥਾ ਸਾਡੀਆਂ ਨਿਕਲ ਜਾਂਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਸਮਾਂ ਕਾਲ ਆ ਜਾਂਦਾ, ਲੈ ਜਾਂਦਾ। ਉਹ ਸੁਪਨੇ ਵਾਂਗ ਸਾਡਾ ਜੀਵਨ ਸਾਰਾ ਹੀ ਨਿਕਲ ਜਾਂਦਾ। ਅਸੀਂ ਇੱਥੇ ਕੀ ਮੰਗਣਾ, ਕੀ ਕਰਨਾ, ਕੀ ਅਸੀਂ ਲੈਣ ਆਏ ਆ, ਕਿਸ ਕਾਰਨ ਤੁਮ ਜਗ ਆਏ ਭਾਈ, ਸਾਨੂੰ ਇਹਦਾ ਗਿਆਨ ਹੀ ਨਹੀਂ ਹੈਗਾ। ਅਸੀਂ ਆਪਦੀ ਮੱਤ ਨਾਲ ਸਾਰੇ ਧਰਮ ਕਰਮ ਕਰਦੇ ਹਾਂ, ਉਹ ਸਾਰੇ ਸਰੀਰ ਕਰਕੇ ਕਰਦੇ ਹਾਂ। ਪਿੱਛੇ ਪ੍ਰਚਲਿਤ ਮੱਤਾਂ ਜੋ ਚੱਲਦੀਆਂ ਆਈਆਂ ਨੇ, ਹੁਣ ਦੇ ਗ੍ਰੰਥਾਂ 'ਚੋਂ ਆਪਾਂ ਨੂੰ ਪਤਾ ਲੱਗਦਾ ਵਾ, ਉਹ ਸਾਰੇ ਜਿੰਨੇ ਧਰਮ ਕਰਮ ਨੇ ਸਾਰੇ ਹੀ ਮਾਇਆ ਦੇ ਨੇ, ਸਰੀਰ ਕਰਕੇ, ਸਰੀਰ ਦੀਆਂ ਲੋੜਾਂ। ਜਿਹਨੇ ਪੈਦਾ ਕੀਤਾ ਸਾਰਾ ਕੁਛ ਉਹ ਦੇ ਰਿਹਾ, ਪਰ ਸਾਨੂੰ ਐਂ ਲੱਗ ਰਿਹਾ ਅਸੀਂ ਆਪ ਕਮਾਈ ਕਰ ਰਹੇ ਹਾਂ। ਜੇ ਸਾਡਾ ਸਾਹ ਨਾ ਚੱਲੇ, ਸਾਡਾ ਸਰੀਰ ਨਾ ਕੰਮ ਕਰੇ, ਫਿਰ ਕੌਣ ਦੇ ਰਿਹਾ? ਇਹ ਤਾਂ ਉਹਦੀ ਕਿਰਪਾ ਨਾਲ ਚੱਲ ਰਿਹਾ ਵਾ। ਫਿਰ ਅਸੀਂ ਕਿਵੇਂ ਕੰਮ ਕਰ ਲਾਂਗੇ? ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ ਹਾਂ, ਜਿਨ ਜੀਓ ਪਿੰਡ ਦੀ ਆ ਰਿਜ਼ਕ ਭਰਾਵੇ, ਜੀਓ ਜੀਵਾਤਮਾ ਆ ਪਿੰਡ ਸਰੀਰ ਜੀ ਨੇ ਦਿੱਤਾ। ਉਹ ਰਿਜ਼ਕ ਦਾ ਗਿਆਨ ਵੀ ਦਿੱਤਾ ਸਾਨੂੰ ਸਰੀਰ ਕਰਕੇ। ਸਭ ਘਟ ਭੀਤਰ ਹਾਰਟ ਚਲਾਵੇ, ਸਾਰਿਆਂ ਦਾ ਉਹਦੀ ਕਿਰਪਾ ਨਾਲ ਹਾਰਟ ਚੱਲਦਾ, ਉਹਦਾ ਵੀ ਸਾਨੂੰ ਗੁਰਬਾਣੀ ਗਿਆਨ ਦੇ ਰਹੀ ਹੈ। ਪਰ ਇਹ ਸਾਰੀ ਖੇਲ ਤਾਂ ਸਾਨੂੰ ਸਮਝ ਤਾਂ ਆਊ ਨਾ ਜੇ ਸਾਨੂੰ ਸੱਚ ਦਾ ਗਿਆਨ ਹੋਊ। ਝੂਠ ਦਾ ਗਿਆਨ ਤਾਂ ਸਾਨੂੰ ਹੈ, ਝੂਠ ਅਸੀਂ ਬੋਲੀ ਜਾਂਦੇ। ਝੂਠ ਤਾਂ ਕਾਲ ਹੈ, ਝੂਠ ਦੁੱਖ ਸਾਗਰ ਹੈ, ਸੱਚ ਸੁੱਖ ਸਾਗਰ ਹੈ। ਹੁਣ ਸੁੱਖ ਸਾਗਰ ਦਾ ਵਾਸੀ ਹੈ ਇਹ, ਝੂਠ ਸਾਗਰ 'ਚ ਆ ਵਸਿਆ, ਇਹ ਦੁੱਖ ਸਾਗਰ 'ਚ ਆ ਫਸਿਆ। ਕਿਵੇਂ ਜਾਊ ਹੁਣ? ਗੁਰ ਕੀ ਮਤੁ ਲੇਹ ਵਿਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਗੁਰ ਕੀ ਮਤ ਲੈਂਦਾ ਨਹੀਂ, ਇਹ ਤਾਂ ਗੁਰੂ ਨੂੰ ਮਤ ਦੇਣ ਲੱਗ ਗਿਆ, ਆਪ ਹੀ ਗੁਰੂ ਬਣ ਗਿਆ। ਤਾਂ ਇਹ ਸਤਿਗੁਰ ਸਮਝਾਉਂਦੇ ਨੇ ਸਾਰੇ ਡੁੱਬ ਗਏ। ਦੇਖ ਹੀ ਰਹੀਆਂ, ਇੰਨਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵਾ, ਪਰ ਸਾਡਾ ਜਿਹੜਾ ਜੀਵਨ ਹੈ ਸੁਪਨੇ ਵਾਂਗੂ ਨਿਕਲ ਜਾਂਦਾ। ਵੇਖਣਾ ਔਰ ਦੇਖਣਾ ਆਪਾਂ ਇਹਨੂੰ ਵਿਚਾਰਦੇ ਹਾਂ। ਦੇਖਿਆ ਜਾਂਦਾ ਹੈ ਅੱਖਾਂ ਨਾਲ। ਕਈ ਵਾਰ ਅਸੀਂ ਸੁਪਨੇ ਨੂੰ ਸੱਚ ਮੰਨ ਲੈਂਦੇ, ਐਵੇਂ ਸੰਸਾਰ ਨੂੰ ਸੱਚ ਮੰਨੀ ਬੈਠੇ ਹਾਂ। ਪਰ ਜਿਹੜੇ ਵੇਖਦੇ ਨੇ, ਵੇਖਣਾ ਹੁੰਦਾ ਬੁੱਧ ਬਲ ਦਾ ਵਿਸ਼ਾ। ਜਿੰਨੀ ਕੁ ਬੁੱਧੀ ਹੁੰਦੀ ਆ ਉਨੀ ਕੁ ਦ੍ਰਿਸ਼ਟੀ ਹੁੰਦੀ ਆ ਉਹਦੇ ਕੋਲ, ਉਹ ਹਿਸਾਬ ਨਾਲ ਦੇਖ ਲੈਂਦਾ ਉਹ। ਪਰ ਜਦੋਂ ਕੁਦਰਤੀ ਰਹਿਮਤ ਹੁੰਦੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਗੁਰਸ਼ਬਦ ਨਾਲ ਜੁੜਦੇ ਹਾਂ, ਗੁਰਸ਼ਬਦ ਦੀ ਕਮਾਈ ਕਰਦੇ ਹਾਂ। ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰਸ਼ਬਦ ਦੀ ਕਮਾਈ ਆਪਾਂ ਕਰਦੇ ਹਾਂ, ਸੱਚ ਦਾ ਗਿਆਨ ਪੈਦਾ ਹੁੰਦਾ ਹੈ, ਉਹ ਤੋਂ ਸਾਨੂੰ ਦਿਵ ਦ੍ਰਿਸ਼ਟੀ ਮਿਲਦੀ ਹੈ। ਫਿਰ ਅਸੀਂ ਅੰਦਰ ਨੂੰ ਝਾਕਦੇ ਹਾਂ, ਨਹੀਂ ਤਾਂ ਸਾਡਾ ਸਾਰਾ ਹੀ ਬਾਹਰ ਮੁਖੀ ਖੇਲ ਹੈ। ਤਾਈਓ ਜਿੰਨੀਆਂ ਪ੍ਰਚਲਿਤ ਮੱਤਾਂ ਪਿੱਛੇ ਆਈਆਂ ਨੇ, ਸਾਰੇ ਬਾਹਰ ਨੂੰ ਜਾਂਦੇ ਸੀ, ਘਰ ਬਾਹਰ ਛੱਡ ਕੇ ਚਲੇ ਜਾਂਦੇ ਸੀ।
ਆਸਾ ਦੀ ਵਾਰ ਦੇ ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ। ਜਤੀ ਸਦਾਵੈ ਜੁਗਤ ਨ ਜਾਣੇ, ਛੱਡ ਵਹੇ ਘਰ ਵਾਰ ਛੱਡ ਕੇ ਹੀ ਚਲਿਆ ਗਿਆ। ਜੁਗਤੀ ਨਹੀਂ ਆਈ, ਜਤੀ ਤਾਂ ਬਣਨਾ ਹੈ, ਯਤਨ ਤਾਂ ਕਰਨਾ ਹੈ, ਪਰ ਸਰੀਰ ਕਰਕੇ ਧਰਮ ਕਰਮ ਕਰਦੇ ਰਹੇ। ਜਿਹੜੀਆਂ ਆਸਾਂ ਤ੍ਰਿਸ਼ਨਾ ਉਹ ਮਨ ਦੇ ਵਿੱਚ ਹੀ, ਮੋਨੀ ਵੀ ਬਣ ਗਿਆ, ਆਸਾ ਤ੍ਰਿਸ਼ਨਾ ਮਨ ਮਾਹੀ, ਉਹ ਗਈਆਂ ਹੀ ਨਹੀਂ। ਜਿੱਥੇ ਮਰਜ਼ੀ ਅਸੀਂ ਚਲੇ ਜਾਈਏ ਮਾਇਆ ਸਾਡੇ ਨਾਲ ਹੀ ਜਾਂਦੀ, ਇਹਦਾ ਜਾਲ ਕੱਟਣਾ ਪੈਣਾ ਸਾਨੂੰ। ਜਤੀ ਸਦਾਵੇ ਜੁਗਤ ਨਸਾਣੇ, ਛੱਡ ਵਹੇ ਘਰ ਵਾਰ ਛੱਡ ਕੇ ਚਲੇ ਗਏ। ਕਹਿੰਦੇ ਜੀ ਭਗਤੀ ਕਰਦੇ ਹਾਂ, ਹੋਰ ਹੰਕਾਰ ਪੈਦਾ ਹੋ ਗਿਆ। ਭੇਖ ਤੋਂ ਲੋਕ ਪ੍ਰਭਾਵਿਤ ਹੁੰਦੇ ਗਏ, ਐਵੇਂ ਸੰਸਾਰ ਚੱਲਦਾ ਆ। ਭਗਤ ਗੁਰੂ ਸਾਹਿਬਾਨਾਂ ਨੇ ਆਪਦੇ ਸਮੇਂ ਅਨੁਸਾਰ ਸੰਸਾਰ ਨੂੰ ਤਾਰਿਆ। ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ, ਆਪਾਂ ਇਹਦਾ ਓਟ ਆਸਰਾ ਲੈਣਾ, ਇਹ ਗਿਆਨ ਦਾ ਸਮੁੰਦਰ ਹੈ, ਪਰ ਅਸੀਂ ਸਮੁੰਦਰ ਦੇ ਬਾਹਰ ਬੈਠੇ ਹਾਂ। ਇੱਥੇ ਇਹ ਝੂਠ ਸਾਗਰ 'ਚ ਭਗਤ ਨਾਮਦੇਵ ਜੀ ਦਾ ਆਪਾਂ ਸ਼ਲੋਕ ਲਈਏ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸੰਸਾਰ ਸਮੁੰਦਰ, ਅਗਨ ਸਾਗਰ ਵੀ ਕਿਹਾ ਇਹਨੂੰ, ਪਰ ਅਸੀਂ ਤਾਂ ਆਪ ਹੀ ਸਿਆਣੇ ਬਣੇ ਬੈਠੇ ਹਾਂ। ਭਗਤ ਗੁਰੂ ਸਾਹਿਬਾਨ ਤਾਂ ਐਂ ਸਮਝਾ ਰਹੇ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮੈਂ ਅਜਾਨ ਜਨ ਤਰਬੋ ਨਾ ਜਾਣੂ। ਭਗਤ ਜੀ ਤਾਂ ਐਂ ਕਹਿੰਦੇ ਭਈ ਅਸੀਂ ਜਾਣਦੇ ਨਹੀਂ ਭਾਈ ਕਿਵੇਂ ਤਰਾਂਗੇ, ਪਰ ਮਨ ਸਿਆਣਾ ਬਣ ਗਿਆ, ਇਹ ਸੁਪਨੇ ਨਾਲ ਹੀ ਜੁੜ ਗਿਆ। ਦੇਖਦਿਆਂ ਦੇਖਦਿਆਂ ਜਾਨੂੰ ਸਮਾਂ ਆ ਜਾਂਦਾ, ਫਿਰ ਅਸੀਂ ਜੰਮਣਮਰ ਨੂੰ ਚਲੇ ਜਾਂਦੇ ਹਾਂ। 84 ਲੱਖ ਦਾ ਗੇੜਾ ਜਿਹੜਾ ਹੈਗਾ ਵਾ, ਸਾਨੂੰ ਫਿਰ ਕੱਟ ਕੇ ਆਉਣਾ ਪੈਂਦਾ ਵਾ। ਐਂ ਇਹ ਸੰਸਾਰ ਚੱਲਦਾ ਰਹਿੰਦਾ ਵਾ। ਕੁਦਰਤ ਉਹ ਪਾਲਕ ਸਿਰਜਣਹਾਰ ਸਾਰਿਆਂ ਦੀ ਪਾਲਣਾ ਕਰਦਾ ਹੈ, ਸਾਰਾ ਕੁਛ ਉਸਨੇ ਬਣਾਇਆ, ਪਰ ਅਸੀਂ ਇਹਨੂੰ ਆਪਦਾ ਸਮਝੀ ਬੈਠੇ ਹਾਂ। ਜਿਹੜਾ ਆਪਦੀ ਸਮਝੀ ਬੈਠੇ ਹਾਂ ਸੰਪਤ ਨੂੰ, ਉਹੀ ਤਾਂ ਝੂਠ ਹੈ। ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਤਿਗੁਰਾਂ ਨੇ ਸਮਝਾਇਆ, ਜੋ ਸੰਪਤ ਆਪਣੀ ਕਰਮਾਨੀ ਸਿਨਮੇ ਪਈ ਫਰਾਈ। ਜਗਤ ਮੇ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸਾਰੀ ਝੂਠੀ ਹੋ ਜਾਂਦੀ ਹੈ ਪ੍ਰੀਤ। ਕਿਹੜੀ ਪ੍ਰੀਤੀ ਪਾਈ ਅਸੀਂ ਫਿਰ? ਆਪਾਂ ਜਾਪ ਸਾਹਿਬ ਦਾ ਪਾਤਸ਼ਾਹ ਦੇ ਵਚਨ ਲੈਂਦੇ ਹਾਂ, ਨਮੋ ਪ੍ਰੀਤ ਪ੍ਰੀਤੇ, ਨਮਸਕਾਰ ਕਰੋ ਸੱਚ ਦੀ ਪ੍ਰੀਤੀ ਨੂੰ। ਸਤਿਗੁਰ ਸਮਝਾਉਂਦੇ ਨੇ, ਉਹਦੇ ਅੱਗੇ ਨਿਮੋ। ਇਹ ਐਸੀ ਪ੍ਰੀਤ ਹੈ, ਇਹ ਜਾਂਦੀ ਹੀ ਨਹੀਂ। ਕਿਉਂ ਨਹੀਂ ਜਾਂਦੀ? ਸੱਚ ਹਮੇਸ਼ਾ ਰਹਿੰਦਾ ਹੈ। ਅਸੀਂ ਕਿਹਦੇ ਨਾਲ ਪ੍ਰੀਤੀ ਪਾਉਂਦੇ ਹਾਂ? ਝੂਠ ਨਾਲ। ਉਹ ਹਮੇਸ਼ਾ ਨਹੀਂ ਰਹਿਣਾ, ਉਹ ਲਾਸਟ ਨੂੰ ਝੂਠੀ ਹੋ ਜਾਂਦੀ ਹੈ। ਅਸੀਂ ਕਿਹਦੇ ਗੀਤ ਗਾਉਂਦੇ ਹਾਂ? ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਰਹੇ ਹਾਂ, ਪੰਡਿਤ ਰੂਜੇ ਰਾਜੇ ਭੂਪਤੀ ਆਵੇ ਕੌਣੇ ਕਾਮ। ਅਸੀਂ ਬੜੇ ਲੋਕਾਂ ਦੇ, ਉੱਚੇ ਰੁਤਬੇ ਵਾਲਿਆਂ ਦੇ, ਉੱਚੀ ਪਦਵੀ ਵਾਲਿਆਂ ਦੇ ਉਹਦੇ ਗੁਣ ਗਾਉਂਦੇ ਹਾਂ। ਦਸਮ ਪਾਤਸ਼ਾਹ ਕੀ ਕਹਿ ਰਹੇ ਨੇ? ਨਮੋ ਗੀਤ ਗੀਤੇ, ਉਹਦੇ ਗੀਤ ਗਾਓ, ਉਹਦਾ ਜਸ ਗਾਓ ਜਿਹਨੇ ਸ੍ਰਿਸ਼ਟੀ ਸਾਜੀ ਹੈ, ਜਿਹਨੇ ਹਮੇਸ਼ਾ ਰਹਿਣਾ। ਜੇ ਆਪਾਂ ਸੰਸਾਰ ਦੇ ਵੀ ਗੀਤ ਕਿੰਨਾ ਕੁ ਚਿਰ ਗਾਵਾਂਗੇ? ਇਹਨੇ ਤਾਂ ਰਹਿਣਾ ਨਹੀਂ ਸਦੀ ਵੀ। ਬਸ ਐਂ ਸਾਡਾ ਜੀਵਨ ਨਿਕਲ ਜਾਂਦਾ। ਹੋਈ ਸਤਿਗੁਰ ਸਮਝਾਉਂਦੇ ਨੇ, ਜਿਉ ਸੁਪਨਾ ਔਰ ਪੇਖਨਾ ਐਸੇ ਜਾਕੋ ਜਾਨ ਹੈ ਜੀਵ। ਇਹ ਮਨਾ ਕੀ ਕਰੀ ਜਾਣਾ? ਇਹ ਤਾਂ ਸੁਪਨੇ ਜਿਉਂ ਸੰਸਾਰ ਹੈ। ਬਾਣੀ ਦੇ ਵਿੱਚ ਜੀਵ ਆਤਮਾ ਨੂੰ ਸੁੱਤਾ ਮੰਨਿਆ। ਸੁੱਤੇ ਤੋਂ ਭਾਵ ਹੈ ਵੀ ਜਿਹੜਾ ਇਹ ਕੰਮ ਕਰਨ ਆਇਆ ਉਹ ਭੁੱਲ ਗਿਆ, ਜਿਹੜੀ ਇਹ ਵਸਤ ਲੈਣ ਆਇਆ ਉਹ ਭੁੱਲ ਗਿਆ, ਮਾਇਆ ਨੇ ਭੁਲਾਤਾ, ਸੌਂ ਗਿਆ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਤੇਹੀ ਗੁਣੀ ਸੰਸਾਰ ਭਰਮ, ਸੁੱਤਾ ਸੁੱਤਿਆ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੀ, ਬੋਲੇ ਅੰਮ੍ਰਿਤ ਬਾਣੀ। ਸੰਸਾਰ ਤਿੰਨ ਗੁਣਾਂ ਦੇ ਵਿੱਚ ਕੁਦਰਤ ਨੇ ਪੈਦਾ ਕੀਤਾ, ਰਜ ਗੁਣ, ਸਤ ਗੁਣ, ਤਮ ਗੁਣ ਕਹੀਏ। ਇਹ ਸਭ ਤੇਰੀ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਜਿਹੜੇ ਚੌਥੇ ਚਲੇ ਜਾਂਦੇ ਉਹਨਾਂ ਦਾ ਸੁਪਨਾ ਖੁੱਲ੍ਹ ਜਾਂਦਾ ਹੈ, ਉਹ ਜਾਗ ਜਾਂਦੇ ਨੇ। ਜਿਹੜੇ ਤਿੰਨਾਂ ਗੁਣਾਂ ਦੇ ਵਿੱਚ ਇੱਛਾ ਲੈ ਕੇ ਰਹਿੰਦੇ ਨੇ, ਸੁੱਤੇ ਰਹਿੰਦੇ ਨੇ, ਸੁੱਤਿਆਂ ਨੂੰ ਹੀ ਕਾਲ ਲੈ ਜਾਂਦਾ ਵਾ। ਜਿਹਨਾਂ ਦਾ ਸੁਪਨਾ ਖੁੱਲ੍ਹ ਜਾਂਦਾ ਹੈ, ਬਾਣੀ ਜਗਾ ਦਿੰਦੀ ਹੈ। ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ? ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹ ਜਾਗ ਗਏ ਨੇ, ਫਿਰ ਸੁਪਨਾ ਖੁੱਲ੍ਹ ਗਿਆ। ਸੰਸਾਰ ਇੱਕ ਸੁਪਨਾ ਹੈ,
ਸਾਡਾ ਸਾਰਾ ਹੀ ਜੀਵਨ ਐ ਨਿਕਲ ਜਾਂਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਭੁੱਲ ਗਿਆ ਇੱਥੇ ਆ ਕੇ, ਮੁਕਤੀ ਲੈਣ ਆਇਆ ਸੀ, ਸੰਸਾਰ ਚੋਂ ਛੁਟਕਾਰਾ ਪਾਉਣ ਆਇਆ ਸੀ। ਕੀ ਖੱਟਿਆ ਇਹਨੇ ਇੱਥੇ? ਪਾਉਂ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ, ਗਾਫਲ ਹੋ ਕੇ ਮਾਇਆ ਦੇ ਵਿੱਚ, ਸੰਸਾਰ ਦੇ ਵਿੱਚ ਬੈਰ ਵਿਰੋਧ ਨਾਲ ਜੁੜ ਕੇ ਆਪਦਾ ਜੀਵਨ ਆਪ ਹੀ ਖਰਾਬ ਕਰ ਲਿਆ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਸਮਝੀਏ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੀਏ, ਆਪਣਾ ਵੀ ਸੁਪਨਾ ਖੁੱਲ੍ਹ ਜੇ, ਆਪਾਂ ਵੀ ਜਾਗ ਜੀਏ। ਜਾਗ ਕੇ ਭਗਤੀ ਹੋਣੀ ਕਿ ਸੁੱਤਿਆਂ ਦੀ ਭਗਤੀ ਹੋਊਗੀ? ਅਸੀਂ ਸੁੱਤੇ ਹੀ ਭਗਤੀ ਕਰੀ ਜਾਂਦੇ, ਆਪਦੇ ਆਪ ਨੂੰ ਵੱਡਾ ਭਰਮ ਪਾਲ ਲੈਂਦੇ ਹਾਂ, ਉਹ ਗਿਆਨੀ ਬਣ ਜਾਂਦੇ ਹਾਂ, ਉੱਚੀਆਂ ਅਵਸਥਾ ਦੇ ਨਾਂ ਰੱਖ ਲੈਂਦੇ ਹਾਂ, ਬੜੇ ਬੜੇ ਰੁਤਬੇ ਰੱਖ ਲੈਂਦੇ ਹਾਂ, ਪਰ ਜਦੋਂ ਕਾਲ ਆਉਂਦਾ ਇੱਕ ਵੀ ਨਹੀਂ ਚੱਲਦੀ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਫਤ ਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਓ ਸਾਰੇ ਮਿਲ ਕੇ ਆਪਾਂ ਹੁਕਮ ਨੂੰ ਸਮਝੀਏ। ਬਾਣੀ ਹੁਕਮ ਦਾ ਜਸ ਕਰਦੀ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ। ਉਹਦੀ ਹਉਮੈ ਟੁੱਟ ਜਾਂਦੀ ਹੈ, ਉਹਦੀ ਆਤਮਾ ਜਾਗ ਜਾਂਦੀ ਹੈ। ਪਹਿਲਾਂ ਹੰਕਾਰ ਸੁੱਤਾ ਪਿਆ ਹੈ ਜੀਵ, ਇਹਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਕਾਲ ਆ ਜਾਂਦਾ। ਉਹ ਸਤਿਗੁਰੂ ਸਮਝਾਉਂਦੇ ਨੇ, ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ। ਕਿਵੇਂ ਜਾਣੀਏ ਅਸੀਂ ਜੱਗ ਨੂੰ? ਸੁੱਤੇ ਪਏ ਹਾਂ ਅਸੀਂ ਤਾਂ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ। ਐਸੋ ਏ ਸੰਸਾਰ ਪੇਖਣਾ, ਰਹਿ ਨ ਕੋ ਪਾਈਏ ਰੇ, ਸਿੱਧ ਸੁਧੋ ਰੇਗ ਚਲੋ ਤੁਮ, ਨਤਰਕ ਧੱਕਾ ਦਵਾਈਏ ਰੇ। ਭਗਤ ਕਬੀਰ ਜੀ ਸਮਝਾਉਂਦੇ ਨੇ, ਐਸੋ ਇਹ ਸੰਸਾਰ ਪੇਖਣਾ, ਰਹਿ ਨ ਕੋ ਪਾਈਏ ਰੇ, ਸੁਧੇ ਰੇਗ ਚਲੋ ਤੁਮ, ਨਤਰਕ ਧੱਕਾ ਦਵਾਈਏ ਰੇ। ਐਸਾ ਧੱਕਾ ਲੱਗੂਗਾ, ਇੱਕ ਧੱਕਾ ਹੁੰਦਾ, ਇੱਕ ਧੱਕਾ, ਇਹ 84 ਲੱਖ ਜੂਨੀ ਸਾਨੂੰ ਫਿਰ ਜਾਣਾ ਪਊਗਾ। ਸਿੱਧੇ ਨਾ ਚੱਲੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਾ ਚੱਲੇ, ਆਪਦੇ ਘਰ ਨਾ ਪਹੁੰਚੇ। ਹੁਣ ਅਸੀਂ ਕੀ ਕਰਦੇ ਹਾਂ? ਸਿੱਧਾ ਸੋੜ, ਪੁੱਠਾ ਬਣਨ ਲੱਗ ਗਏ। 84 ਲੱਖ ਪੌੜੀਆਂ ਤਾਂ ਚੜ੍ਹਿਆ ਆ, ਸਿੱਧਾ ਚੜ੍ਹਦਾ ਆ। ਹੁਕਮ 'ਚ ਰਿਹਾ, ਸਾਰੀਆਂ ਪੌੜੀਆਂ ਚੜ੍ਹ ਕੇ ਆ ਕੇ ਸਰੀਰ ਦੀਆਂ ਮਨੁੱਖਾ ਦੇਹੀ ਪ੍ਰਾਪਤ ਕਰ ਲਈ, ਹੁਣ ਪੁੱਠਾ ਬਣਨ ਲੱਗ ਗਿਆ। ਨਹੀਂ ਭਾਈ, ਅਸੀਂ ਗੁਰਸ਼ਬਦ ਦਾ ਗਿਆਨ ਲੈਣਾ ਹੈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ, ਫਿਰ ਇਹ ਸੰਸਾਰ ਸਮੁੰਦਰ ਪਾਰ ਹੋਣਾ। ਨਹੀਂ ਤਾਂ ਸੁੱਤਿਆਂ ਰਹਿਣ ਬਿਆਣੀ ਵਾਲਾ ਕੰਮ ਆਪਣੇ ਨਾਲ ਵੀ ਹੋਊਗਾ, ਅਸੀਂ ਚਲੇ ਜਾਵਾਂਗੇ, ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਊਗਾ। ਭਗਤ ਜੀ ਸਮਝਾਉਂਦੇ ਨੇ, ਐਸੋ ਇਹ ਸੰਸਾਰ ਪੇਖਣਾ ਹੁੰਦਾ ਬੁੱਧੀ ਨਾਲ। ਬੁੱਧੀ ਸਾਨੂੰ ਦਿਵ ਦ੍ਰਿਸ਼ਟੀ ਕਿਵੇਂ ਮਿਲੇ? ਅਸੀਂ ਗੁਰਸ਼ਬਦ ਦੀ ਕਮਾਈ ਕਰਨੀ ਹੈ, ਇਹਨੂੰ ਸੁਣਨਾ ਪਹਿਲਾਂ, ਫਿਰ ਇਹਨੂੰ ਵਿਚਾਰਨਾ, ਇਹਨੂੰ ਸਮਝਣਾ, ਮੈਂ ਇਹ 'ਚੋਂ ਗਿਆਨ ਪੈਦਾ ਹੋਊਗਾ, ਉਹਦੇ ਨਾਲ ਪੇਖਣਾ ਵਾ। ਫਿਰ ਸਾਨੂੰ ਸਮਝ ਆਉਂਦੀ ਹੈ ਵੀ ਇਹ ਸਾਰਾ ਸੰਸਾਰ ਤਾਂ ਸਦੀਆਂ ਤੋਂ ਚੱਲਿਆ ਹੋਇਆ, ਆ ਰਹੇ ਨੇ ਜਾ ਰਹੇ ਨੇ, ਬਾਰੀ ਆਪੋ ਆਪਣੀ, ਚੱਲੇ ਸੀ ਇੱਕ ਮਸੈਕ, ਬੜੇ ਬੜੇ ਆਏ, ਬੜੇ ਬੜੇ ਚੱਲ ਗਏ, ਆਪਾਂ ਕਿਹੜਾ ਫਿਰ ਰਹਿਣਾ ਵਾ। ਉਹੀ ਭਗਤ ਜੀ ਸਮਝਾ ਰਹੇ ਨੇ, ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਾਈਏ ਰੇ, ਸਿੱਧੇ ਸਿੱਧੇ ਰੇਗ ਚਲੋ ਤੁਮ, ਨਾ ਤਰਕ ਧੱਕਾ ਦਵਾਈਏ ਰੇ। ਬਾਰੇ ਬੂਡੇ ਤਰਨੇ ਪਈਆ, ਸਭੂ ਜਮ ਲੈ ਜਾਈਏ। ਸਭ ਨੂੰ ਜਮ ਫੜ ਕੇ ਲੈ ਜਾਂਦਾ, ਕਿਸੇ ਨੂੰ ਨਹੀਂ ਛੱਡਦਾ ਭਾਈ। ਜੇ ਅਸੀਂ ਜਮਾਂ ਤੋਂ ਬਚਣਾ, ਇਹ ਜਮ ਮਾਰ ਗਏ। ਹੁਣ ਸਾਡਾ ਸੰਸਾਰ ਜਿਹੜਾ ਸਮੁੰਦਰ ਹੈ, ਇਹ ਅਗਨ ਸਾਗਰ ਹੈ, ਇੱਥੋਂ ਸਾਡਾ ਛੁਟਕਾਰਾ ਹੋਣਾ, ਅਸੀਂ ਆਪਦੇ ਘਰ ਪਹੁੰਚਣਾ ਵਾ। ਪਰ ਆਪਦੀ ਮੱਤ ਨਾਲ ਤਾਂ ਅਸੀਂ ਜਾ ਨਹੀਂ ਸਕਦੇ। ਪਿੱਛੇ ਵੀ ਆਪਾਂ ਵਿਚਾਰ ਕੀਤੀ ਹੈ, ਅਸੀਂ ਗੁਰ ਕੀ ਮੱਤ ਲੈਣੀ ਹੈ। ਗੁਰ ਕੀ ਮੱਤ ਤੋਂ ਭਾਵ ਗਿਆਨ ਮੱਤ ਲੈਣੀ ਹੈ, ਗੁਰੂ ਦਾ ਗਿਆਨ ਲੈਣਾ ਹੈ। ਅਸੀਂ ਸਭ ਤੋਂ ਪਹਿਲਾ ਪਦਾਰਥ ਹੈ ਸਾਡਾ ਇਹ ਗੁਰ ਗਿਆਨ। ਘਟ ਵਲਿਆ ਹਰ ਲੱਦਾ ਰਤਨ ਪਦਾਰਥੋ, ਫਿਰ ਬੋਹੜ ਨਾ ਚੱਲਿਆ। ਸਾਡੀ ਬਾਤ ਸਤਿਗੁਰਾਂ ਦੇ ਵਿੱਚ ਇਹ ਐਸਾ ਗਿਆਨ ਹੈ, ਇਹ ਐਸੀ ਰੌਸ਼ਨੀ ਹੈ, ਇਹ ਗਿਆਨ ਨਾਲ ਸਾਨੂੰ ਹਰ ਦਾ ਦਰਸ਼ਨ ਹੋ ਜਾਂਦਾ ਹੈ। ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ। ਪਰ ਅਸੀਂ ਤਾਂ ਸਿੱਧਾ ਹੀ ਰੱਬ ਦਾ ਦਰਸ਼ਨ ਭਾਲਦੇ ਹਾਂ, ਸਿੱਧਾ ਹੀ ਨਾਮ ਭਾਲਦੇ ਹਾਂ, ਸਿੱਧਾ ਹੀ ਹੁਕਮ ਦਾ ਦਰਸ਼ਨ ਭਾਲਦੇ ਹਾਂ। ਨਹੀਂ, ਇਹ ਪ੍ਰਾਪਤੀ ਆਪਾਂ ਨੂੰ, ਜੋ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ, ਉਹੀ ਰਾਹ 'ਤੇ ਚੱਲ ਕੇ ਆਪਾਂ ਨੂੰ ਇਹ ਅਵਸਥਾ ਪ੍ਰਾਪਤ ਹੋਣੀ ਹੈ। ਪਹਿਲਾਂ ਸਾਨੂੰ ਸੱਚ ਦਾ ਗਿਆਨ ਹੋਊ,
ਝੂਠ ਨਾਲ, ਜਿਹੜਾ ਝੂਠ ਦਾ ਸਾਡਾ ਜਾਲ ਹੈ ਕੱਟਿਆ ਜਾਊ ਇਹਦੇ ਨਾਲ। ਇਹ ਮੋਹ ਦਾ ਜਾਲ ਹੈ ਬਹੁਤ ਵੱਡਾ, ਇਹ ਕੱਟਣਾ ਅਸੀਂ ਹਰ ਦੇ ਗਿਆਨ ਹੈ, ਬਾਣੀ ਹਰ ਕਥਾ ਹੈ। ਫਿਰ ਅਸੀਂ ਇਹਨੂੰ ਸਮਝਾਂਗੇ ਵੀ ਇਹ ਸੰਸਾਰ ਸੁਪਨਾ ਹੈ। ਜਾਣਦੇ ਤਾਂ ਸਾਰੇ ਨੇ ਪਰ ਨਿਕਲ ਨਹੀਂ ਸਕਦੇ। ਆਪਦੀ ਮਤ ਨਾਲ ਅੱਜ ਤੱਕ ਕੋਈ ਨਹੀਂ ਨਿਕਲਿਆ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਮਨਾ, ਇਹ ਹਉਮੈ ਹੰਕਾਰ ਇੱਛਾ, ਇਹ ਮੋਹ ਦਾ ਬੜਾ ਭਾਰਾ ਦੁੱਖ ਹੈ। ਆਪਦੇ ਆਪ ਅਸੀਂ ਮੋਹ ਇਹ ਕੱਟ ਨਹੀਂ ਸਕਦੇ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਵਜਲ ਜਗਤ ਨ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਇਹ ਗੁਰਮੁਖ ਭਗਤ ਗੁਰੂ ਸਾਹਿਬਾਨਾਂ ਦਾ ਮਾਰਗ ਹੈ। ਅਸੀਂ ਗੁਰ ਕੀ ਮਤ ਲੈਣੀ ਹੈ। ਇਹ ਜੋ ਸਾਨੂੰ ਹਰ ਦਾ ਗਿਆਨ ਪੈਦਾ ਹੋਊਗਾ, ਸਾਨੂੰ ਹਰ ਦਰਸ਼ਨ ਹੋਊਗਾ, ਜਿਹਦੇ ਨਾਲ ਇਹ ਸ੍ਰਿਸ਼ਟੀ ਹਰੀ ਭਰੀ ਹੈ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ, ਉਹ ਆਤਮਾ ਨੂੰ ਦਰਸ਼ਨ ਹੁੰਦਾ ਹੈ। ਇਹ ਆਤਮ ਗਿਆਨ ਹੈ। ਬਾਣੀ ਸਾਨੂੰ ਪਾਰ ਦਾ ਗਿਆਨ ਕਰਾਉਂਦੀ ਹੈ, ਜਿੱਥੋਂ ਅਸੀਂ ਟੁੱਟ ਕੇ ਆਏ ਹਾਂ। ਕੋਈ ਸਤਿਗੁਰੂ ਸਮਝਾਉਂਦੇ ਨੇ, ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਫੇਰ ਹੀ ਜਾਣਾਂਗੇ ਭਾਈ ਅਸੀਂ ਸੱਚ ਦੇ ਗਿਆਨ ਨਾਲ। ਇਨ ਮੇਂ ਕਾ ਸਾਚੋ ਨਹੀਂ ਨਾਨਕ ਬਿਨ ਬਣੋ ਭਗਵਾਨ। ਭਗਵਾਨ ਤੋਂ ਬਿਨਾਂ, ਕੁਦਰਤ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਇੱਥੇ ਕੁਛ ਨਹੀਂ ਰਹਿਣਾ। ਇੰਨਾ ਕੁ ਤਾਂ ਸਾਨੂੰ ਗਿਆਨ ਹੀ ਹੁੰਦਾ ਹੈ। ਸਾਡੇ ਬਜ਼ੁਰਗ, ਉਹਨਾਂ ਦੇ ਬਜ਼ੁਰਗ, ਜੇ ਅਸੀਂ ਪਿੱਛੇ ਨਿਗਾਹ ਮਾਰ ਕੇ ਦੇਖ ਕਿੱਥੇ ਚਲੇ ਗਏ, ਉਹੀ ਤਾਂ ਝੂਠ ਸੀ। ਸੱਚ ਕਿਉਂ ਸੀ? ਸੱਚ ਜੋਤ ਕਰਕੇ ਸੀ। ਜਦੋਂ ਜੋਤ ਚਲੀ ਜਾਂਦੀ ਹੈ ਸਭ ਝੂਠ ਹੋ ਜਾਂਦਾ ਹੈ। ਆਪਾਂ ਕੀ ਮੰਗੀਏ ਫਿਰ? ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਮਾਰੂ ਮਹੱਲਾ ਪੰਜਵਾਂ, ਘਰ ਚੌਥਾ, ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ, ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਸਤਿਗੁਰ ਤਾਂ ਇਹ ਸਮਝਾਉਂਦੇ ਆ ਭਾਈ, ਇਹ ਤੁਹਾਡਾ ਜਿਹੜਾ ਸੁਪਨਾ, ਇਹ ਜੀਵਨ ਸੰਸਾਰ, ਤੁਸੀਂ ਕਿਵੇਂ ਜਾਗੋਗੇ? ਕਾਹਦੀ ਅਸੀਂ ਅਰਦਾਸ ਕਰਨੀ ਹੈ, ਕਾਹਦੀ ਬੇਨਤੀ ਕਰਨੀ ਹੈ, ਉਹੀ ਸਤਿਗੁਰ ਸਮਝਾਉਂਦੇ ਨੇ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ, ਉਸ ਅਵਸਥਾ ਦੇ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸੁਖਮਨੀ ਸਾਹਿਬ 'ਚ, ਅੰਤਰ ਹੋਈ ਗਿਆਨ ਪ੍ਰਗਾਸ, ਉਸ ਸਥਾਨ ਕਾ ਨਾਹੀ ਵਿਨਾਸ਼। ਉਹ ਆਤਮਾ ਵਿਨਾਸ਼ ਰਹਿਤ ਹੋ ਜਾਂਦੀ ਹੈ ਜੇ ਕਿਸੇ ਨੂੰ ਵੀ ਇਹ ਕਿਣਕਾ ਮਾਤਰ ਇਹ ਪ੍ਰਗਾਸ ਹੋ ਜਾਵੇ। ਇਹ ਸੀਤਲ ਚੰਦਨ ਵਾਂਗ ਠੰਡਾ, ਜਿਵੇਂ ਚੰਦਰਮਾ ਸੀਤਲ, ਇਹ ਐਸਾ ਗਿਆਨ ਹੈ। ਆਪਾਂ ਸਤਿਗੁਰਾਂ ਦੇ ਦੂਜੇ ਵਚਨ ਲੈ ਲੈਣੇ। ਸਾਜਨਾ ਸੰਤ ਆਓ ਮੇਰੇ, ਸਤਿਗੁਰਾਂ ਦੇ ਵਚਨ ਨੇ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾ, ਕਸਮਲਾ ਮਿਟ ਜਾਏ ਪਰੇਰੇ। ਜਿਹੜੀ ਸਾਡੀ ਮਲੀਨਤਾ ਵਾ, ਸੱਚ ਦੇ ਗਿਆਨ ਨਾਲ, ਇਹ ਸੰਤ ਦੀ ਬਾਣੀ ਹੈ, ਸਾਡੇ ਅੰਦਰ ਇਹ ਪ੍ਰਗਟ ਹੋ ਜਾਂਦੀ ਹੈ, ਇਹ ਪ੍ਰਕਾਸ਼ ਹੋ ਜਾਂਦਾ ਹੈ। ਉਹਦੀ ਆਪਾਂ ਆਰਾਧਨਾ ਕਰਨੀ ਹੈ, ਉਹੀ ਮੰਗਣਾ ਵਾ, ਉਹੀ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਨੇ। ਆਰਾਧਨਾ ਆਰਾਧਨ ਨੀਕਾ, ਨੀਕਾ ਤੋਂ ਭਾਵ ਸੁੰਦਰ, ਸਭ ਤੋਂ ਉੱਤਮ, ਹਰ ਹਰ ਨਾਮ ਆਰਾਧਨਾ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣੇ। ਸਗਲ ਉਦਮ ਮੈਂ ਉਦਮ ਭਲਾ, ਸਾਰਿਆਂ ਤੋਂ ਇਹ ਉਦਮ ਭਲਾ ਹੈ। ਉਦਮ ਕਰੋ ਬੜ ਭਾਗੀਓ, ਸਿਮਰੋ ਹਰ ਹਰ ਰਾਏ। ਹਰ ਨੂੰ ਸਮਝਣਾ, ਹਰ ਦੀ ਪ੍ਰਾਪਤੀ ਕਰਨੀ ਸਭ ਤੋਂ ਉੱਤਮ ਉਦਮ ਹੈ। ਸਿਰ ਕਰਮਨ ਕੇ ਕਰਮ ਸਭ ਤੋਂ ਉੱਤਮ ਕਰਮ ਹੈ। ਅਨੇਕਾਂ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਾਨੂੰ ਸਮਝਾਇਆ। ਇਹੀ ਅਸੀਂ ਮੰਗਣਾ ਵਾ, ਫੇਰ ਹੀ ਸਾਡਾ ਜਿਹੜਾ ਸੰਸਾਰ ਸਾਗਰ ਪਾਰ ਹੋਊਗਾ। ਆਪਦੀ ਮਤ ਨਾਲ ਤਾਂ ਅੱਜ ਤੱਕ ਕੋਈ ਪਾਰ ਹੋਇਆ ਨਹੀਂ ਹੈਗਾ। ਜਿੰਨੇ ਵੀ ਸਿਆਣੇ ਦੇਖਦੇ ਹਾਂ ਅਸੀਂ ਸਾਰੇ ਡੁੱਬ ਗਏ ਨੇ। ਆਪਾਂ ਭਗਤ ਰਵਿਦਾਸ ਜੀ ਦੇ ਬਚਨ ਲੈ ਲੈਂਦੇ ਹਾਂ। ਭਗਤ ਜੀ ਕੀ ਕਹਿੰਦੇ? ਹਰ ਜੋ ਹੀਰਾ ਸਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਕ ਜਾਏਂਗੇ ਸੱਚ ਭਾਖੇ ਰਵਿਦਾਸ। ਜਿਹੜੇ ਹਰ ਨੂੰ ਛੱਡ ਕੇ ਕੋਈ ਹੋਰ ਆਸਤੇ ਇਹ ਭਗਤੀ ਕਰਨਗੇ, ਉਹ ਨਰਕਾਂ ਨੂੰ ਚਲੇ ਜਾਣਗੇ। ਰਵਿਦਾਸ ਜੀ ਕਹਿੰਦੇ ਨੇ। ਆਓ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਇਹ ਸੰਸਾਰ ਨੂੰ ਸਮਝੀਏ, ਇਹ ਪਾਰ ਕਰੀਏ। ਆਪਾਂ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਤਮਾ ਦਾ ਪ੍ਰੀਤਮ ਹਰ ਉਹ ਮਾਇਆ ਤੋਂ ਪਰੇ ਹੈ, ਉਹ ਜੰਮਣ ਮਰਨ 'ਚ ਨਹੀਂ ਆਉਂਦਾ।
ਅਸੀਂ ਜੰਮਣ ਮਰਨ ਤੋਂ ਮੁਕਤੀ ਪ੍ਰਾਪਤ ਕਰਕੇ ਉਹਦੇ ਚਰਨਾਂ 'ਚ ਪਹੁੰਚਣਾ ਵਾ, ਜਿਉਂਦੇ ਹੀ ਪਹੁੰਚਣਾ ਵਾ। ਸ਼ਬਦ ਮਰੇ ਫਿਰ ਜੀਵੇ ਫੁਨ ਹੀ, ਬਹੁਰ ਨਾ ਮਰਨਾ ਹੋਈਏ। ਗੁਰਸ਼ਬਦ ਦੇ ਗਿਆਨ ਸਾਡੀਆਂ ਇੱਛਾ ਮਰ ਜਾਂਦੀਆਂ ਨੇ, ਇਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਹੈ। ਇਹੀ ਆਤਮਾ ਫਿਰ ਹਰ ਦੇ ਦਰਸ਼ਨ ਕਰਦੀ ਹੈ, ਉਹੀ ਸੰਸਾਰ ਨੂੰ ਸਮਝਦੀ ਹੈ, ਜਿਹਨੂੰ ਸੱਚ ਦਾ ਗਿਆਨ ਹੋ ਜਾਂਦਾ। ਉਹ ਆਪਾਂ ਵੀ ਲਈਏ, ਆਪਣਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਕੀ ਤਿਆਗ ਕਰਨਾ ਅਸੀਂ। ਤਿਆਗਨ ਨੀਕਾ, ਕ੍ਰਾਮ ਕ੍ਰੋਧ ਲੋਭ ਤਿਆਗਨਾ, ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਨਾ। ਤਿਆਗ ਕਾਹਦਾ ਕਰਨਾ ਹੈ? ਮਾਇਆ ਦਾ ਤਿਆਗ ਕਰਨਾ ਹੈ। ਮਾਇਆ ਤੋਂ ਭਾਵ ਕਲਪਨਾ ਦਾ। ਵਿਕਾਰਾਂ ਨਾਲ ਜੁੜ ਕੇ ਜਿਹੜਾ ਸਾਡਾ ਜੀਵਨ ਬੇਕਾਰ ਚੱਲਿਆ ਜਾਂਦਾ ਹੈ, ਸੁਪਨੇ ਜਿਉਂ ਸੰਸਾਰ ਐਂ ਨਿਕਲ ਜਾਂਦਾ ਹੈ, ਇਹਦਾ ਤਿਆਗ ਕਰਨਾ ਵਾ। ਆਰਾਧਨਾ ਕਿਹਦੀ ਕਰਨੀ ਹੈ? ਹਰਨਾਮ ਦੀ। ਉਹ ਅਸੀਂ ਕਿਵੇਂ ਕਰਾਂਗੇ? ਮੰਗਣਾ ਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਹਰ ਜਸ ਹੈ ਬਾਣੀ, ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰਾ। ਇਹਦਾ ਸੰਗੀ ਹਰ ਹੀ ਹੈ। ਤੇ ਸਰੀਰ ਛੱਡਣ ਤੋਂ ਪਹਿਲਾਂ ਅਸੀਂ ਉਹਦੇ ਚਰਨਾਂ 'ਚ ਪਹੁੰਚਣਾ। ਹਰ ਦੇ ਹਰ ਦਰਸ਼ਨ ਕਰਾਉਂਦੀ ਹੈ ਬਾਣੀ। ਉਹੀ ਤਾਂ ਹਰ ਦੁਆਰ ਹੈ। ਭਗਤ ਕਬੀਰ ਜੀ ਕਹਿੰਦੇ, ਮੋਹਿ ਮਰਨੇ ਕਾ ਚਾਉ ਹੈ, ਮਰੂ ਤੋਂ ਹਰ ਕੇ ਦੁਆਰ। ਆਪਾਂ ਵੀ ਉੱਥੇ ਪਹੁੰਚਣਾ ਵਾ, ਇਹਦਾ ਤਿਆਗ ਕਰਨਾ ਵਾ। ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਹਰ ਜਸ ਹੈ ਬਾਣੀ, ਗੁਰ ਭਾਵ ਸ਼ਬਦ ਗਿਆਨ ਤੋਂ ਬਾਅਦ ਅਸੀਂ ਇਹੀ ਤਾਂ ਅਰਦਾਸ ਕਰਨੀ ਹੈ। ਜਾਗਨ ਨੀਕਾ, ਹਰ ਕੀਰਤਨ ਮਹਿ ਜਾਗਨਾ। ਸਤਿਗੁਰ ਸਮਝਾਉਂਦੇ ਨੇ, ਜਾਗਨ ਨੀਕਾ, ਹਰ ਕੀਰਤਨ ਮਹਿ ਜਾਗਨਾ, ਲਾਗਨ ਨੀਕਾ, ਗੁਰ ਚਰਣੀ ਮਨ ਲਗਨ। ਸਤਿਗੁਰ ਸਮਝਾਉਂਦੇ ਨੇ, ਜਾਗਣਾ ਤਾਂ ਹੈ ਪਰ ਅਸੀਂ ਸੁੱਤੇ ਪਏ ਹਾਂ। ਸੁਪਨਾ, ਉਹੀ ਸਤਿਗੁਰਾਂ ਦੇ ਬਚਨ ਆ ਗਏ, ਜਿਉਂ ਸੁਪਨਾ ਔਰ ਪੇਖਣ ਐਸੇ ਜਾਗੋ ਜਾਣ। ਕਿਵੇਂ ਦੇਖੀਏ? ਜਾਗਿਆ ਹੀ ਨਹੀਂ, ਮਨ ਸੁੱਤਾ ਪਿਆ ਹਲੇ। ਬਾਣੀ ਜਗਾਉਂਦੀ ਹੈ, ਹਰੀ ਦਾ ਜਦੋਂ ਜਸ ਕਰਦੀ ਹੈ। ਕੋਈ ਵੀ ਸਿੱਖ ਸੰਗਤ ਗੁਰ ਦੇ ਪਿਆਰੇ ਗੁਰੂ ਭਗਤਾਂ ਦੇ ਰਸਾਈ ਰਾਹ 'ਤੇ ਚੱਲਦੇ ਆ, ਉਹਨਾਂ ਦੀ ਆਤਮਾ ਜਾਗ ਜਾਂਦੀ ਹੈ। ਜਿਹੜੇ ਜਾਗ ਜਾਂਦੇ ਨੇ ਉਹੀ ਤਾਂ ਇਹ ਪ੍ਰਾਪਤੀ ਕਰਦੇ ਨੇ। ਜੋ ਜਗਨ ਸੋ ਲਹਨ, ਸਾਈਂ ਕੰਨੋਂ ਦਾਤ। ਸਾਈਂ ਕੋਲੋਂ ਲੈ ਲੈਂਦੇ ਨੇ ਆਪਦੇ ਕੋਲੋਂ। ਜਾਗ ਕੇ ਮਿਲਣੀਆਂ ਪਰ ਅਸੀਂ ਸੁੱਤੇ ਪਏ। ਹਰ ਕੀਰਤਨ ਮੈਂ ਜਾਗਨ। ਹਰ ਕੀਰਤਨ ਹੁੰਦਾ ਹੈ ਹਰੀ ਦਾ ਜਸ। ਆਪਾਂ ਕਿਰਤ ਅਤੇ ਕੀਰਤਨ ਨੂੰ ਸਮਝੀਏ। ਕਿਰਤ ਹੁੰਦੀ ਜੋ ਅਸੀਂ ਮੰਨੀ ਬੈਠੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੁਦਰਤ ਅੱਗੇ ਬੇਨਤੀ ਕਰਦੀ ਹੈ, ਸਤਿਗੁਰ ਸਮਝਾਉਂਦੇ ਆ ਵੀ ਜੇ ਕਿਰਤ 'ਚ ਫਸੇ ਰਹੇ ਅਸੀਂ ਕੁਛ ਕਰਦੇ ਹਾਂ ਜਾਂ ਮਨ ਮੰਨਦਾ ਹੈ, ਜਬ ਜਾਣੇ ਮੈਂ ਕੁਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ, ਫਿਰ ਤਾਂ ਸਾਡਾ ਮੁੱਕਣਾ ਹੀ ਨਹੀਂ ਹੈਗਾ। ਫਿਰ ਕਿਰਤ ਕਿਵੇਂ ਜਾਊ ਸਾਡੀ? ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈਂਦੇ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਵਿਲਾਏ। ਭਗਤ ਜੀ ਸਮਝਾਉਂਦੇ ਨੇ, ਬਨਸਪਤੀ ਨੂੰ ਫੁੱਲ ਲੱਗਦੇ ਨੇ ਫਲ ਖਾਤਰ, ਪਰ ਜਦੋਂ ਫਲ ਆਉਂਦੇ ਨੇ ਫੁੱਲ ਚਲੇ ਜਾਂਦੇ ਨੇ। ਇਵੇਂ ਧਰਮ ਫੁੱਲ ਫਲ ਗਿਆਨ। ਧਰਮ ਗਿਆਨ ਸਾਨੂੰ ਫਲ ਪੈਦਾ ਹੁੰਦਾ ਹੈ, ਗਿਆਨ। ਪਰ ਜੇ ਨਾ ਫਲ ਲੱਗਿਆ ਫਿਰ ਰਹਿ ਗਏ ਅਸੀਂ। ਸਾਰੇ ਫੁੱਲਾਂ ਨੂੰ ਤਾਂ ਫਲ ਆਉਂਦਾ ਨਹੀਂ ਹੈਗਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ, ਗਿਆਨ ਕਰਨ ਕਰਮੇ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ, ਕਰਮ ਨਾਸ ਨਹੀਂ ਸਾਡਾ ਹੁੰਦਾ। ਕਰਮ ਨਾਸ ਹੋਣ ਤੋਂ ਬਾਅਦ ਹੀ ਫਿਰ ਕੀਰਤਨ ਹੁੰਦਾ। ਕੀਰਤਨ ਤੋਂ ਭਾਵ ਉਹਦੀ ਕਿਰਤੀ ਹੁੰਦੀ ਹੈ, ਕੁਦਰਤ ਦਾ ਜਸ ਹੁੰਦਾ ਵਾ। ਇਹ ਕੀਰਤਨ ਕਹਿ ਜਾਵਾ, ਇਹ ਧਿਆਨ ਕੀਰਤਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੇ ਲਾਏ ਧਿਆਨਾ। ਧਿਆਨ ਹੈ, ਗੁਰਮੁਖਾਂ ਨੇ ਆਪਾਂ ਨੂੰ ਇਹ ਕੀਰਤੀ ਹਰ ਦਾ ਜਸ ਕਰਕੇ ਦਿੱਤਾ ਵਾ। ਜਿਹੜਾ ਅਸੀਂ ਗਾਉਂਦੇ ਹਾਂ ਉਹ ਰਾਗ ਹੈ, ਉਹਨੂੰ ਰਾਗ ਕਿਹਾ ਵਾ। ਕੋ ਗਾਵੇ ਰਾਗੀ ਨਾਦੀ ਬੇਦੀ, ਵੋ ਭਾਤ ਕਰ ਨਾ ਭੀਜੇ ਰਾਮ ਰਾਜ। ਇਹ ਕੀਰਤੀ ਹੈ। ਜੈ ਕਰ ਕੀਰਤ ਆਖੀਏ, ਕਰਤੇ ਕਹੋ ਵਿਚਾਰੋ। ਜੇ ਕਰਤੇ ਦੀ ਵਿਚਾਰ ਕਿਸੇ ਦੇ ਅੰਦਰ ਹੋ ਰਹੀ ਹੈ, ਉਹੀ ਤਾਂ ਕੀਰਤਨ ਹੈ। ਉਹਦੇ ਘਰ 'ਚ ਤਾਂ ਬਹਿ ਕੇ ਗਾਇਆ ਜਾਂਦਾ ਹੈ। ਸਾਡੇ ਘਰ 'ਚ ਕੀ ਹੈ? ਕਲਪਨਾ, ਕਾਲ। ਉੱਥੇ ਕੀ ਹੈ? ਮੰਗਲ, ਖੁਸ਼ੀਆਂ। ਸਾਡੇ ਕੀ ਹੈ? ਸੋਗ, ਖੁਸ਼ੀ, ਗਮੀ। ਉੱਥੇ ਪਹੁੰਚਣਾ ਆਪਾਂ। ਇਹੀ ਤਾਂ ਮੰਗਣਾ, ਇਹੀ ਤਾਂ ਅਰਦਾਸ ਕਰਨੀ ਆ। ਲਾਗਨ ਨੀਕਾ, ਗੁਰਚਰਣੀ ਮਨ ਲਾਗਣਾ। ਗੁਰਚਰਣੀ ਗੁਰਬਾਣੀ, ਗੁਰ ਸ਼ਬਦ ਦਾ ਗਿਆਨ ਇੱਥੇ ਮਨ ਨੂੰ ਲਾਉਣਾ ਹੈ, ਮਨ ਨੂੰ ਘੂਰ ਕੇ ਰੱਖਣਾ ਹੈ। ਇਹਦੇ ਨਾਲ ਤਾਂ ਮਨ ਨੇ ਟਿਕਣਾ ਵਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ। ਅੱਗੇ ਸਤਿਗੁਰ ਸਮਝਾਉਂਦੇ ਨੇ,
ਏ ਬਿਦ ਤਿਸੇ ਪ੍ਰਾਪਤੇ ਜਾ ਕੈ ਮਸਤਕ ਭਾਗਨਾ। ਕਹੋ ਨਾਨਕ ਤਿਸ ਸਭ ਕਿਸ ਨੀਕਾ ਜੋ ਪ੍ਰਭ ਕੀ ਸਰਨਾਗਨਾ। ਇਹ ਵਿਧੀ ਉਹਨੂੰ ਪ੍ਰਾਪਤ ਹੁੰਦੀ ਹੈ, ਇਹ ਕਿਰਪਾ ਉਹਨਾਂ ਗੁਰਸਿੱਖਾਂ 'ਤੇ ਹੁੰਦੀ ਹੈ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਉਹ ਆਪਦੇ ਘਰ ਪਹੁੰਚ ਜਾਂਦੇ ਨੇ, ਉਹ ਭਾਗਾਂ ਵਾਲੇ ਨੇ। ਕਹੋ ਨਾਨਕ ਤੇ ਸਭ ਕਿਸ ਨੀਕਾ, ਉਹਨਾਂ ਨੂੰ ਕੁਛ ਨਹੀਂ ਬੁਰਾ ਲੱਗਦਾ, ਉਹ ਜਾਣ ਲੈਂਦੇ ਨੇ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਬੰਦੇ। ਸਾਰੇ ਕੁਦਰਤ ਦੀ ਸ੍ਰਿਸ਼ਟੀ ਉਹਨੇ ਬਣਾਈ ਹੈ, ਸਾਰੀ ਸਿਰਜਣਹਾਰ ਦੀ ਹੈ, ਉਹ ਜਾਣ ਲੈਂਦੇ ਨੇ। ਪਹਿਲਾਂ ਉਹ ਆਪ ਪਾਰ ਕਰਦੇ ਨੇ ਮਾਇਆ, ਫਿਰ ਸੰਸਾਰ ਨੂੰ ਸਮਝਾਉਂਦੇ ਨੇ। ਉਹੀ ਤਾਂ ਗੁਰੂ ਭਗਤ ਸਾਹਿਬਾਨਾਂ ਨੇ ਆਪਣੇ 'ਤੇ ਐਡਾ ਵੱਡਾ ਉਪਕਾਰ ਕੀਤਾ। ਅੱਜ ਆਪਣੇ ਕੋਲ ਗ੍ਰੰਥ ਸਾਹਿਬ ਹੈ, ਆਪਾਂ ਗੁਰੂ ਘਰਾਂ 'ਚ ਵੀ ਜਾਂਦੇ ਹਾਂ, ਕੀਰਤਨ ਦਰਬਾਰ 'ਚ ਵੀ ਜਾਂਦੇ ਹਾਂ, ਜਿੱਥੇ ਵੀ ਗੁਰਬਾਣੀ ਦਾ ਪ੍ਰਚਾਰ ਹੋਵੇ ਉਹੀ ਗੁਰਸਿੱਖ ਹੈ ਜਿਹੜਾ ਗੁਰੂ ਦੇ ਉਪਦੇਸ਼ ਕਰਨੀ ਧਿਆਨ ਰੱਖਦਾ, ਉਹੀ ਪਾਰ ਨਿਕਲੂਗਾ। ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਵੇ ਪਾਰ, ਉਹੀ ਗੁਰਸਿੱਖ ਹੈ ਜਿਹੜਾ ਗੁਰੂ ਦਾ ਸ਼ਬਦ ਦੇ ਨਾਲ ਆਪਦੇ ਆਪ ਨੂੰ ਢਾਲਦਾ ਵਾ। ਉਹ ਗੁਰ ਸ਼ਬਦ ਦੀ ਵਿਚਾਰ ਕਰਦਾ ਹੈ, ਉਹਨੂੰ ਗੁਰ ਕਾ ਸ਼ਬਦ ਪਾਰ ਲੰਘਾ ਦਿੰਦਾ। ਇਹ ਗਿਆਨ ਐਸਾ ਹੈ, ਇਹ ਮੋਹ ਦਾ ਜਾਲ ਕੱਟ ਦਿੰਦਾ ਹੈ, ਅਸੀਂ ਆਪਣੀ ਮੱਤ ਨਾਲ ਨਹੀਂ ਕੱਟ ਸਕਦੇ। ਆਓ ਸਾਰੇ ਮਿਲ ਕੇ ਆਪਾਂ ਇਹ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਪਤਾ ਲੱਗੇ ਜਿਉਂ ਸੁਪਨਾ ਔਰ ਪੇਖਣਾ ਐਸੇ ਜਾਕੋ ਜਾਣ। ਅਸੀਂ ਵੀ ਇਹਨੂੰ ਸਮਝੀਏ, ਅਸੀਂ ਵੀ ਜਾਗੀਏ। ਇਨਮੇ ਕਿ ਸਾਚੋ ਨਹੀਂ ਨਾਨਕ ਬਿਨ ਭਗਵਾਨ। ਸਾਨੂੰ ਵੀ ਪਤਾ ਲੱਗੇ ਇਹ ਕੁਦਰਤ ਤੋਂ ਬਿਨਾਂ ਇੱਥੇ ਕੁਛ ਨਹੀਂ, ਅਸੀਂ ਇਹ ਪਾਰ ਕਰਨਾ ਵਾ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਆਪਣੇ ਘਰ ਪਹੁੰਚਣਾ, ਹਰ ਦਰਸ਼ਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।